ਰੇਡੀਓ ਹਾਂਜੀ 1674 ਹੈ। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਆਓ ਚਿਹਰੇ 'ਤੇ ਲਿਆਈਏ ਇੱਕ ਸੋਹਣੀ ਜੀ ਪਿਆਰੀ ਜੀ ਮੁਸਕਰਾਹਟ ਅਤੇ ਕਰੀਏ ਸ਼ੁਕਰਾਨਾ ਉਸ ਪਰਮਾਤਮਾ ਦਾ, ਅੱਜ ਦਾ ਇੱਕ ਹੋਰ ਨਵਾਂ ਦਿਨ ਜਿਹਨੇ ਸਾਨੂੰ ਦਿੱਤਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਦੋ ਸਹੇਲੀਆਂ ਸੀ, ਆਪਸ ਦੇ ਵਿੱਚ ਬਹੁਤ ਪਿਆਰ। ਸੋਨੀਆ ਅਤੇ ਰਮਨ। ਸੋਨੀਆ ਦੀ ਮਾਂ ਬਿਮਾਰ ਰਹਿੰਦੀ ਸੀ। ਪਹਿਲਾਂ ਇਹ ਦੋਵੇਂ ਇਕੱਠੀਆਂ ਕੰਮ ਕਰਦੀਆਂ, ਪਰ ਹੁਣ ਇਹਨਾਂ ਨੂੰ ਕਾਫੀ ਘੱਟ ਸਮਾਂ ਆਪਸ ਵਿੱਚ ਬਿਤਾਉਣ ਲਈ ਮਿਲਦਾ। ਜਦੋਂ ਵੀ ਰਮਨ ਕਦੀ ਟਾਈਮ ਸਿਰ ਵਿਹਲੀ ਹੋ ਜਾਂਦੀ ਤੇ ਜ਼ਰੂਰ ਸੋਨੀਆ ਨੂੰ ਮਿਲਣ ਆਉਂਦੀ। ਪਹਿਲਾਂ ਦੇ ਨਾਲੋਂ ਇਹਨੇ ਆਪਣਾ ਕੰਮਕਾਰ ਵੀ ਘਟਾ ਦਿੱਤਾ। ਦਿਨ ਰਾਤ ਮਾਂ ਦੀ ਸੇਵਾ ਦੇ ਵਿੱਚ ਲੱਗੀ ਰਹਿੰਦੀ, ਮਾਂ ਦੀ ਹਰ ਇੱਕ ਜ਼ਰੂਰਤ ਨੂੰ ਪੂਰੀਆਂ ਕਰਦੀ। ਮਾਂ ਦਾ ਵੀ ਸੁਭਾਅ ਹੌਲੀ ਹੌਲੀ ਹੋਰ ਚਿੜਚਿੜਾ ਹੁੰਦਾ ਜਾ ਰਿਹਾ ਹੈ। ਗੱਲ ਗੱਲ ਦੇ ਉੱਤੇ ਮਾਂ ਖਿਝਣ ਲੱਗ ਪਈ ਸੀ, ਕਿਉਂਕਿ ਬਹੁਤ ਸਾਰੇ ਕੰਮ ਸ਼ਾਇਦ ਉਹਦੇ ਕੋਲੋਂ ਆਪ ਨਹੀਂ ਸੀ ਕੀਤੇ ਜਾ ਸਕਦੇ। ਅੱਜ ਜਦੋਂ ਰਮਨ ਘਰ ਸੋਨੀਆ ਨੂੰ ਮਿਲਣ ਆਈ ਤਾਂ ਵੇਖਿਆ ਕਿ ਮਾਂ ਪਹਿਲਾਂ ਦੇ ਨਾਲੋਂ ਵੀ ਹੋਰ ਗੁੱਸੇ ਦੇ ਨਾਲ ਬੋਲਦੀ ਹੈ। ਨਹੀਂ ਵੀ ਲੋੜ ਤਾਂ ਵੀ ਆਵਾਜ਼ ਮਾਰ ਲੈਂਦੀ ਹੈ। ਕੁਛ ਚੀਜ਼ਾਂ ਕੋਲ ਪਈਆਂ ਨੇ ਤਾਂ ਵੀ ਆਪ ਨਹੀਂ ਫੜਦੀ, ਆਪਣੀ ਧੀ ਸੋਨੀਆ ਨੂੰ ਆਵਾਜ਼ ਮਾਰਦੀ ਹੈ। ਰਮਨ ਵੇਖ ਰਹੀ ਹੈ ਕਿ ਸੋਨੀਆ ਦੀਆਂ ਜ਼ਿੰਮੇਵਾਰੀਆਂ ਕਾਫੀ ਵੱਧ ਗਈਆਂ ਨੇ ਤੇ ਉਹ ਪਹਿਲਾਂ ਵਰਗੀ ਨਹੀਂ ਰਹੀ। ਉਹਦੀ ਜ਼ਿੰਦਗੀ ਬਿਲਕੁਲ ਬਦਲ ਚੁੱਕੀ ਹੈ। ਉਹ ਪਹਿਲਾਂ ਵਰਗੀਆਂ ਆਪਸ ਦੇ ਵਿੱਚ ਹੁਣ ਗੱਲਾਂ ਨਹੀਂ ਕਰ ਸਕਦੀਆਂ, ਘੁੰਮਣ ਫਿਰਨ ਦੇ ਲਈ ਬਹੁਤਾ ਨਹੀਂ ਜਾ ਸਕਦੀਆਂ। ਉਹਦਾ ਹਸਮੁਖ ਸੁਭਾਅ ਹੌਲੀ ਹੌਲੀ ਹੁਣ ਬਦਲਣਾ ਸ਼ੁਰੂ ਹੋ ਗਿਆ ਸੀ। ਤੇ ਚਾਹ ਪੀਂਦਿਆਂ ਅੱਜ ਰਮਨ ਨੇ ਇੱਕਦਮ ਸੋਨੀਆ ਨੂੰ ਇੱਕ ਸੁਝਾਅ ਦਿੱਤਾ ਕਿ ਹੋਵੇ ਨਾ ਤੇ ਤੂੰ ਆਪਣੀ ਮਾਂ ਨੂੰ ਏਜ ਕੇਅਰ ਸੈਂਟਰ ਦੇ ਵਿੱਚ ਕਿਉਂ ਨਹੀਂ ਭਰਤੀ ਕਰਾ ਦਿੰਦੀ। ਮਾਂ ਬਿਰਧ ਆਸ਼ਰਮ ਦੇ ਵਿੱਚ ਰਹੂਗੀ, ਥੋੜ੍ਹਾ ਤੇਰੇ ਲਈ ਵੀ ਆਸਾਨ ਹੋ ਜਾਊਗਾ। ਤੂੰ ਵਾਪਸ ਆਪਣੀ ਜ਼ਿੰਦਗੀ ਦੇ ਵਿੱਚ ਥੋੜ੍ਹਾ ਸੌਖੀ ਹੋ ਜਾਏਗੀ। ਮੈਂ ਵੇਖ ਰਹੀ ਹਾਂ ਤੇਰੀ ਸਿਹਤ ਵੀ ਦਿਨੋਂ ਦਿਨ ਖਰਾਬ ਹੋ ਰਹੀ ਹੈ। ਮੈਂ ਵੇਖ ਰਹੀ ਹਾਂ ਕਿ ਮਾਂ ਦੇ ਸੁਭਾਅ ਦੇ ਵਿੱਚ ਵੀ ਬਹੁਤ ਪਹਿਲਾਂ ਦੇ ਨਾਲੋਂ ਅੰਤਰ ਆ ਗਿਆ। ਮਾਂ ਉੱਥੇ ਆਪਣੇ ਹਮ ਉਮਰਾਂ ਦੇ ਨਾਲ ਰਹੂਗੀ, ਹੋ ਸਕਦਾ ਉਹ ਠੀਕ ਰਵੇ। ਮੈਂ ਵੀ ਤਾਂ ਆਪਣੀ ਮਾਂ ਨੂੰ ਉੱਥੇ ਹੀ ਛੱਡਿਆ, ਬੜੇ ਵਧੀਆ ਨੇ, ਬਹੁਤ ਖੁਸ਼ ਨੇ ਉਹ। ਨਾਲੇ ਸਾਰਾ ਜ਼ਰੂਰਤ ਦਾ ਸਮਾਨ ਉਹਨਾਂ ਦੇ ਕੋਲ ਹੁੰਦਾ। ਸੋਨੀਆ ਨੇ ਚਾਹ ਪੀਂਦੇ ਹੋਏ ਹਲਕੀ ਜਿਹੀ ਮੁਸਕਰਾਹਟ ਦਿੱਤੀ। ਨਾ ਹਾਂ ਤੇ ਨਾ ਨਾ। ਦੋਵਾਂ ਨੇ ਚਾਹ ਖਤਮ ਕੀਤੀ ਤੇ ਅੱਜ ਸੋਨੀਆ ਨੇ ਰਮਨ ਨੂੰ ਕੁਝ ਵਿਖਾਉਣ ਦੀ ਕੋਸ਼ਿਸ਼ ਕੀਤੀ। ਸੋਨੀਆ ਨੇ ਕਿਹਾ, ਰਮਨ ਆ ਆਪਣੇ ਕਮਰੇ ਦੇ ਵਿੱਚ ਬੈਠਦੇ ਹਾਂ ਤੇ ਮੈਂ ਤੈਨੂੰ ਆਪਣੇ ਬਚਪਨ ਦੀ ਇੱਕ ਐਲਬਮ ਦਿਖਾਉਣੀ ਆ। ਸੋਹਣਾ ਟਾਈਮ ਪਾਸ ਹੋ ਜਾਏਗਾ। ਅਸਲ ਦੇ ਵਿੱਚ ਇਸ ਐਲਬਮ ਦੇ ਬਹਾਨੇ ਸੋਨੀਆ ਰਮਨ ਨੂੰ ਕੁਝ ਹੋਰ ਦੱਸਣਾ ਚਾਹੁੰਦੀ ਸੀ। ਜਦੋਂ ਇਹ ਪੁਰਾਣੀਆਂ ਤਸਵੀਰਾਂ ਖੋਲ੍ਹੀਆਂ ਤੇ ਪਤਾ ਲੱਗਾ ਕਿ ਜਵਾਨੀ ਵੇਲੇ ਵੀ ਉਹਦੀ ਮਾਂ ਬਹੁਤ ਸੋਹਣੀ ਹੋਇਆ ਕਰਦੀ ਸੀ। ਇੱਕਦਮ ਕੁਝ ਤਸਵੀਰਾਂ ਉਸ ਸਮੇਂ ਦੀਆਂ ਮਸ਼ਹੂਰ ਕੁਝ ਅਦਾਕਾਰਾਂ ਦੇ ਨਾਲ, ਕੁਝ ਵੱਡੀਆਂ ਹਸਤੀਆਂ ਦੇ ਨਾਲ ਵੇਖ ਕੇ ਰਮਨ ਇੱਕਦਮ ਹੈਰਾਨ ਹੋਈ। ਆਂਟੀ ਇਹਨਾਂ ਨੂੰ ਜਾਣਦੇ ਸੀ? ਸੋਨੀਆ ਨੇ ਕਿਹਾ, ਹਾਂ। ਬਹੁਤ ਲੋਕ ਦੱਸਦੇ ਨੇ ਕਿ ਮੇਰੀ ਮਾਂ ਆਪਣੇ ਸਮੇਂ ਦੀ ਇੱਕ ਬਹੁਤ ਵਧੀਆ ਅਦਾਕਾਰਾ ਸੀ। ਬਹੁਤ ਲੋਕ ਕਹਿੰਦੇ ਨੇ ਕਿ ਜੇਕਰ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਉਸੇ ਕੈਰੀਅਰ ਦੇ ਵਿੱਚ ਅੱਗੇ ਕਦਮ ਚੁੱਕਿਆ ਹੁੰਦਾ ਤੇ ਬੜਿਆਂ ਸਾਰਿਆਂ ਦਾ ਪੱਤਾ ਸਾਫ਼ ਹੋ ਜਾਂਦਾ। ਖੈਰ, ਜੋ ਆਪਾਂ ਸੋਚਦੇ ਹਾਂ, ਜਿੱਦਾਂ ਆਪਾਂ ਚਾਹੁੰਦੇ ਹਾਂ, ਉੱਦਾਂ ਨਹੀਂ ਹੁੰਦਾ। ਇਹ ਮੈਂ ਆ। ਤੇ ਹੌਲੀ ਹੌਲੀ ਅੱਗੇ ਕਰਕੇ ਤਸਵੀਰਾਂ ਥਲਦੀ ਗਈ। ਤੈਨੂੰ ਪਤਾ ਰਮਨ, ਮੇਰੀ ਮਾਂ ਨੇ ਉਦੋਂ ਇਹ ਕੰਮ ਘਟਾ ਦਿੱਤਾ
ਜਦੋਂ ਮੈਂ ਉਹਦੇ ਘਰ ਹੋਈ ਸੀ ਤੇ ਮੇਰੇ ਪਿਤਾ ਜੀ ਦੇ ਗੁਜ਼ਰ ਜਾਣ ਤੋਂ ਬਾਅਦ ਮੇਰੀ ਮਾਂ ਨੂੰ ਮੇਰੀ ਬਹੁਤ ਸੇਵਾ ਕਰਨੀ ਪਈ। ਕਹਿੰਦੇ ਨੇ ਕਿ ਪੋਲੀਓ ਦਾ ਹਲਕਾ ਜਿਹਾ ਅਸਰ ਮੇਰੀ ਲੱਤ ਦੇ ਉੱਤੇ ਹੋ ਗਿਆ ਸੀ। ਮੇਰੀ ਮਾਂ ਨੇ ਸਾਰੇ ਕੰਮਕਾਰ ਛੱਡ ਕੇ ਦਿਨ ਰਾਤ ਇੱਕ ਕਰਕੇ ਮੇਰੀ ਮਾਲਿਸ਼ ਵੀ ਕੀਤੀ, ਜਿੱਥੇ ਜਿੱਥੇ ਜਿੰਨੇ ਵੀ ਦੱਸਿਆ ਉੱਥੇ ਲੈ ਕੇ ਵੀ ਗਈ, ਕਸਰਤਾਂ ਵੀ ਕਰਾਈਆਂ, ਬਹੁਤ ਸਾਰਾ ਕੁਛ। ਸਾਡੇ ਕਈ ਰਿਸ਼ਤੇਦਾਰ ਦੱਸਦੇ ਨੇ ਕਿ ਮਾਂ ਨੇ ਹਰ ਇੱਕ ਜਗ੍ਹਾ ਦੇ ਉੱਤੇ ਆਉਣਾ ਜਾਣਾ, ਹਰ ਇੱਕ ਦੇ ਨਾਲ ਮਿਲਣਾ ਵਰਤਣਾ, ਈਵਨ ਇੱਥੋਂ ਤੱਕ ਕਿ ਆਪਣੇ ਅਦਾਕਾਰੀ ਵੀ ਛੱਡ ਦਿੱਤੀ। ਉਹ ਕੀਤਾ ਜਿਹੜਾ ਆਪਣੇ ਪਿਓ ਯਾਨੀ ਕਿ ਮੇਰੇ ਨਾਨਾ ਜੀ ਦੇ ਨਾਲ ਲੜ ਕੇ ਅਪਣਾਇਆ ਸੀ ਮੇਰੀ ਮਾਂ ਨੇ। ਮੇਰੀ ਮਾਂ ਨੇ ਦਿਨ ਰਾਤ ਇੱਕ ਕੀਤੀ ਤੇ ਅੱਜ ਵੇਖ, ਸ਼ਾਇਦ ਤੂੰ ਮੇਰੀ ਲੱਤ ਤੋਂ ਜਾਂ ਮੇਰੀ ਤੋਰ ਤੋਂ ਬਹੁਤ ਘੱਟ ਸਮਝ ਸਕਦੀ ਹੋਵੇਂ ਕਿ ਮੈਨੂੰ ਇਹ ਬਿਮਾਰੀ ਰਹੀ ਹੋਵੇ। ਬਹੁਤ ਹਲਕਾ ਜਿਹਾ ਫਰਕ ਰਹਿ ਗਿਆ। ਕਹਿਣ ਵਾਲੇ ਤੇ ਅੱਜ ਵੀ ਕਹਿ ਜਾਂਦੇ ਨੇ ਕਿ ਜੇਕਰ ਮੇਰੀ ਮਾਂ ਇੰਨਾ ਧਿਆਨ ਨਾ ਦਿੰਦੀ ਤੇ ਸ਼ਾਇਦ ਅੱਜ ਮੈਂ ਸਹੀ ਤਰੀਕੇ ਦੇ ਨਾਲ ਚੱਲ ਫਿਰ ਨਾ ਸਕਦੀ। ਮੇਰੀ ਮਾਂ ਦੇ ਇਸ ਸਿਰੜ ਦੇ ਕਰਕੇ ਅੱਜ ਮੈਂ ਤੁਰੀ ਫਿਰਦੀ। ਤੇ ਹੁਣ ਤੂੰ ਹੀ ਦੱਸ ਰਮਨ, ਜਦੋਂ ਮੇਰੀ ਮਾਂ ਨੂੰ ਲੋੜ ਆ ਤੇ ਕੀ ਮੈਂ ਉਹਨੂੰ ਬਿਰਧ ਆਸ਼ਰਮ ਛੱਡ ਆਵਾਂ? ਐਲਬਮ ਬੰਦ ਸੀ ਤੇ ਸੋਨੀਆ ਦੀਆਂ ਅੱਖਾਂ ਰਮਨ ਦੀਆਂ ਅੱਖਾਂ ਦੇ ਵਿੱਚ ਇਹ ਸਵਾਲ ਪੁੱਛ ਰਹੀਆਂ ਸੀ ਕਿ ਹੁਣ ਦੱਸ, ਹੁਣ ਮੇਰਾ ਡਿਸੀਜ਼ਨ, ਮੇਰਾ ਫੈਸਲਾ ਕੀ ਹੋਣਾ ਚਾਹੀਦਾ? ਰਮਨ ਦੀਆਂ ਅੱਖਾਂ ਦੇ ਵਿੱਚ ਪਾਣੀ ਸੀ ਤੇ ਬਹੁਤਾ ਚਿਰ ਉਹਦੇ ਨਾਲ ਅੱਖਾਂ ਨਾ ਮਿਲਾ ਸਕੀ। ਆਪਣੀਆਂ ਅੱਖਾਂ ਨੀਵੀਆਂ ਕਰਦੀ ਹੋਈ ਉਹਦਾ ਹੱਥ ਆਪਣੇ ਹੱਥ ਵਿੱਚ ਫੜਿਆ ਤੇ ਬੜੇ ਮਾਣ ਦੇ ਨਾਲ ਫਿਰ ਦੁਬਾਰਾ ਮੂੰਹ ਚੁੱਕ ਕੇ ਉਹਦੇ ਵੱਲ ਵੇਖਿਆ, ਜਿੱਦਾਂ ਹੀ ਅੱਖਾਂ ਦੇ ਵਿੱਚ ਉਹਨੂੰ ਸ਼ਾਬਾਸ਼ੀ ਦੇ ਰਹੀ ਹੋਵੇ, ਉਹਦਾ ਧੰਨਵਾਦ ਕਰ ਰਹੀ ਹੋਵੇ, ਧੰਨਵਾਦ ਕਰ ਰਹੀ ਹੋਵੇ ਉਹਦੀ ਆਪਣੀ ਮਾਂ ਦੀ ਸੇਵਾ ਕਰਨ ਦੇ ਲਈ ਤੇ ਉਹਨੂੰ ਇਸ ਤਰੀਕੇ ਦੇ ਨਾਲ ਦੱਸਣ ਦੇ ਲਈ, ਇੱਕ ਸੋਹਣਾ ਸਬਕ ਦੇਣ ਦੇ ਲਈ। ਦੋਵਾਂ ਦੀਆਂ ਗੱਲਾਂ ਬਾਤਾਂ ਸਮਾਪਤ ਹੋਈਆਂ ਤੇ ਦਰਵਾਜ਼ੇ ਦੇ ਵਿੱਚ ਜਾਂਦੀ ਵਾਪਸ ਮੁੜ ਕੇ ਫਿਰ ਰਮਨ ਆਖਦੀ ਹੈ, ਸੋਨੀਆ ਥੈਂਕ ਯੂ। ਤੇ ਤੈਨੂੰ ਪਤਾ, ਮੈਂ ਇੱਥੋਂ ਸਿੱਧਾ ਬਿਰਧ ਆਸ਼ਰਮ ਜਾ ਰਹੀ ਹਾਂ। ਅੱਜ ਤੋਂ ਬਾਅਦ ਮੇਰੀ ਮਾਂ ਵੀ ਬਿਰਧ ਆਸ਼ਰਮ ਨਹੀਂ ਰਹੂਗੀ। ਮੈਨੂੰ ਬਹੁਤ ਕੁਛ ਤੇ ਪਤਾ ਨਹੀਂ, ਪਰ ਮੇਰੀ ਮਾਂ ਲਈ ਵੀ ਮੇਰੇ ਲਈ ਬਹੁਤ ਕੁਛ ਕੀਤਾ ਹੋਊਗਾ। ਹਰ ਇੱਕ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੇ ਲਈ ਬਹੁਤ ਕੁਛ ਕੀਤਾ ਹੁੰਦਾ। ਕਈ ਵਾਰੀ ਸਾਨੂੰ ਕੁਛ ਪਤਾ ਹੁੰਦਾ ਤੇ ਕਈ ਵਾਰੀ ਆਪਾਂ ਭੁਲਾ ਦਿੱਤਾ ਹੁੰਦਾ ਤੇ ਕਈ ਵਾਰੀ ਆਪਾਂ ਉਹ ਸਾਰੀਆਂ ਚੀਜ਼ਾਂ ਜਾਣ ਬੁੱਝ ਕੇ ਦੁਬਾਰਾ ਰੀਕਾਲ ਨਹੀਂ ਕਰਨਾ ਚਾਹੁੰਦੇ। ਨਹੀਂ ਤੇ ਜੇ ਇੰਨੀਆਂ ਯਾਦਾਂ ਸਾਨੂੰ ਯਾਦ ਨੇ, ਇੰਨੀਆਂ ਸਾਡੇ ਬਚਪਨ ਦੀਆਂ ਸ਼ਰਾਰਤਾਂ ਸਾਨੂੰ ਯਾਦ ਨੇ, ਔਖੇ ਸੌਖੇ ਵੇਲੇ ਸਾਨੂੰ ਕਿਹੜੀਆਂ ਟੌਫੀਆਂ ਖਾਂਦੇ ਹਾਂ ਉਹ ਯਾਦ ਆ, ਕਿਹੜੇ ਬੱਤੇ ਪੀਂਦੇ ਸਾਂ ਉਹ ਸਾਨੂੰ ਯਾਦ ਆ, ਕਿਹੜੀਆਂ ਗੱਲਾਂ ਤੋਂ ਲੜੇ ਸਾਂ, ਕਿਹੜੀ ਸੱਟ ਸਾਨੂੰ ਕਿੱਦਾਂ ਲੱਗੀ ਸੀ ਇਹ ਯਾਦ ਆ। ਤੇ ਫਿਰ ਇਹ ਨਹੀਂ ਹੋ ਸਕਦਾ ਕਿ ਸਾਨੂੰ ਨਾ ਯਾਦ ਹੋਵੇ ਸਾਡੇ ਮਾਂ ਪਿਓ ਨੇ ਸਾਨੂੰ ਕਿਹੜੇ ਤਰੀਕੇ ਦੇ ਨਾਲ ਪਾਲਿਆ। ਸਾਰੇ ਕੁਛ ਦੇ ਨਾਲ ਨਾਲ ਸਾਨੂੰ ਇਹ ਵੀ ਯਾਦ ਰਹਿਣਾ ਚਾਹੀਦਾ ਕਿ ਜਿਨ੍ਹਾਂ ਨੇ ਸਾਡੀ ਲੋੜ ਦੇ ਵਿੱਚ ਤਨੋਂ ਮਨੋਂ ਸੇਵਾ ਕੀਤੀ ਹੈ, ਜਦੋਂ ਉਹਨਾਂ ਨੂੰ ਲੋੜ ਹੈ ਤੇ ਫਿਰ ਸਾਡੀ ਵੀ ਕਰਨੀ ਬਣਦੀ ਹੈ। ਤੇ ਜੇ ਅਸੀਂ ਕਰਾਂਗੇ ਤੇ ਫਿਰ ਗਾਂ ਬੱਚੇ ਵੀ ਲੋੜ ਪੈਣ ਦੇ ਉੱਤੇ ਸਾਡੀ ਕਰਨਗੇ। ਤੇ ਇਸੇ ਤਰ੍ਹਾਂ ਦੇ ਨਾਲ ਇਹ ਸਾਈਕਲ ਚੱਲਦਾ ਤੇ ਇਸੇ ਤਰ੍ਹਾਂ ਦੇ ਨਾਲ ਇਹ ਚੱਲਦਾ ਰਹਿਣਾ ਚਾਹੀਦਾ, ਤਾਂ ਜਾ ਕੇ ਇੱਕ ਸੋਹਣਾ ਤੇ ਸੁਚੱਜਾ ਸਮਾਜ ਸਿਰਜਦਾ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ। ਇਹ ਹੈ ਆਸਟ੍ਰੇਲੀਆ ਦਾ ਨੰਬਰ 1 ਰੇਡੀਓ ਸਟੇਸ਼ਨ, ਰੇਡੀਓ ਹਾਂਜੀ।